ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਕੁਝ ਵਰਕੇ ਬਿਆਨ ਕਰਨ ਲੱਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਾਜਾਂ ਵਾਲੇ, ਤਾਜਾਂ ਵਾਲੇ, ਤੇਗ ਦੇ ਧਣੀ, ਜਰਨੈਲਾਂ ਵਿੱਚੋਂ ਜਰਨੈਲ, ਕਵੀਆਂ ਵਿੱਚੋਂ ਕਵੀ, ਯੋਧਿਆਂ ਵਿੱਚੋਂ ਯੋਧੇ, ਸੂਰਮਿਆਂ ਵਿੱਚੋਂ ਸੂਰਮੇ, ਭਗਤਾਂ ਵਿੱਚੋਂ ਭਗਤ, ਸੰਤਾਂ ਵਿੱਚੋਂ ਸੰਤ, ਦਾਨੀਆਂ ਵਿੱਚੋਂ ਮਹਾਦਾਨੀ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਮੁਗਲਿਆ ਸਾਮਰਾਜ ਨਾਲ 14 ਲੜਾਈਆਂ ਅਤੇ ਪਹਾੜੀ ਰਾਜਿਆਂ ਅਤੇ ਮੁਗਲਿਆ ਸਾਮਰਾਜ ਨਾਲ 14 ਲੜਾਈਆਂ ਲੜੀਆਂ ਅਤੇ ਇੱਕ ਵੀ ਜੰਗ ਵਿੱਚ ਪਹਿਲ ਨਹੀਂ ਕੀਤੀ। ਇਸ ਕਰਕੇ ਉਸ ਮਹਾਨ ਜਰਨੈਲ ਦੀ ਅਗਵਾਈ ਦੁਨੀਆ ਤੋਂ ਅਨੋਖੀ ਅਗਵਾਈ ਹੈ। ਨਹੀਂ ਤੇ ਜਰਨੈਲ ਚੜ੍ਹ ਕੇ ਆਉਂਦੇ ਹਨ ਅਤੇ ਫਿਰ ਅਨੇਕਾਂ ਤਰ੍ਹਾਂ ਦੀਆਂ ਕਰਤੂਤਾਂ ਕਰਕੇ, ਅਨੇਕਾਂ ਤਰ੍ਹਾਂ ਦੇ ਧੋਖੇ ਕਰਕੇ ਜੰਗ ਜਿੱਤਦੇ ਹਨ। ਪਰ ਮੇਰੇ ਕਲਗੀਆਂ ਵਾਲੇ ਨੇ 14 ਜੰਗਾਂ ਦੇ ਵਿੱਚ ਇੱਕ ਵਾਰ ਵੀ ਪਹਿਲ ਨਹੀਂ ਕੀਤੀ ਅਤੇ ਸਾਰੀ ਜ਼ਿੰਦਗੀ ਵਿੱਚ ਕਿਸੇ ਨਾਲ ਧੋਖਾ ਨਹੀਂ ਕੀਤਾ, ਕਿਉਂਕਿ ਗੁਰਬਾਣੀ ਕਹਿੰਦੀ ਹੈ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਇਸ ਕਰਕੇ ਮਹਾਨ ਕਲਗੀਆਂ ਵਾਲਾ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਲ ਦੀਨ ਦੁਨੀ ਦੇ ਵਾਲੀ, ਜਿਨ੍ਹਾਂ ਤੇ ਚਾਰਾਂ ਪਾਸਿਆਂ ਤੋਂ ਘੇਰਾ ਪਿਆ ਹੋਇਆ ਸੀ ਅਤੇ ਹਿੰਦੁਸਤਾਨ ਦੇ ਹਿੰਦੂ ਰਾਜਿਆਂ ਨੇ, ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿੱਚੋਂ ਛੁਡਾ ਕੇ ਆਜ਼ਾਦ ਕਰਵਾਇਆ ਸੀ, ਉਹਨਾਂ ਹੀ ਰਾਜਿਆਂ ਦੇ ਪੁੱਤਰਾਂ ਨੇ ਅਤੇ ਕੁਝ ਉਹਨਾਂ ਵਿੱਚੋਂ ਹੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਗਾਰਾ ਵਜਾਇਆ ਅਤੇ ਔਰੰਗਜ਼ੇਬ ਨੇ 17 ਸ਼ਰਤਾਂ ਲੋਕਾਂ ਵਿੱਚ ਬਿਆਨ ਕੀਤੀਆਂ ਕਿ ਕੋਈ ਹਿੰਦੂ ਘੋੜੇ ਤੇ ਨਹੀਂ ਚੜ੍ਹ ਸਕਦਾ, ਕੋਈ ਹਿੰਦੂ ਚੰਗਾ ਹਥਿਆਰ ਨਹੀਂ ਰੱਖ ਸਕਦਾ, ਕੋਈ ਚੰਗਾ ਘੋੜਾ ਨਹੀਂ ਰੱਖ ਸਕਦਾ, ਕੋਈ ਦਰਬਾਰ ਨਹੀਂ ਸਜਾ ਸਕਦਾ, ਕੋਈ ਕੀਰਤਨ ਨਹੀਂ ਕਰ ਸਕਦਾ, ਕੋਈ ਕਵਿਤਾ ਨਹੀਂ ਲਿਖ ਸਕਦਾ, ਕੋਈ ਦਰਬਾਰ ਨਹੀਂ ਸਜਾ ਸਕਦਾ, ਕੋਈ ਕਲਗੀ ਨਹੀਂ ਲਾ ਸਕਦਾ ਮੁਸਲਮਾਨ ਦੇ ਸਾਹਮਣੇ, ਅਤੇ ਕੋਈ ਆਪਣੇ ਸਿਰ ਤੇ ਤਾਜ ਨਹੀਂ ਲਾ ਸਕਦਾ, ਕੋਈ ਨਗਾਰਾ ਨਹੀਂ ਵਜਾ ਸਕਦਾ। ਇਦਾਂ ਦੀਆਂ 17 ਸ਼ਰਤਾਂ ਸਨ ਅਤੇ ਮੇਰੇ ਕਲਗੀਆਂ ਵਾਲੇ ਨੇ ਉਸ ਸਮੇਂ ਦੀਵਾਨ ਨੰਦ ਚੰਦ ਜੀ ਨੂੰ ਕਿਹਾ ਅਤੇ ਭਾਈ ਦਇਆ ਸਿੰਘ ਨੂੰ ਕਿਹਾ ਕੋਈ ਨਗਾਰਾ ਮੜਨ ਵਾਲਾ ਲੈ ਕੇ ਆਓ, ਅਤੇ ਉਹ ਨਗਾਰਾ ਐਡਾ ਵੱਡਾ ਨਗਾਰਾ ਮੜਿਆ ਕਿ ਜਦੋਂ ਨਗਾਰੇ ਤੇ ਵੱਜੀਆਂ ਚੋਬਾਂ ਤੇ ਕਈ ਮੀਲ ਤੱਕ ਸੁਣਾਈ ਦਿੱਤੀਆਂ, ਹਿੰਦੂ ਰਾਜਿਆਂ ਦੇ ਦਿਲ ਦਹਿਲ ਉੱਠੇ ਅਤੇ ਉਸ ਨਗਾਰੇ ਦੀ ਚੋਟ ਔਰੰਗਜ਼ੇਬ ਤੱਕ ਪਹੁੰਚ ਗਈ, ਕਿਉਂਕਿ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਧਦੀ ਤਾਕਤ ਨੂੰ ਵੇਖ ਕੇ ਆਪਸ ਵਿੱਚ ਸਲਾਹ ਕੀਤੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਸੁਨਹਿਰੀ ਮੌਕੇ ਨੂੰ ਰੋਕਿਆ ਨਾ ਤੇ ਸਾਡੀਆਂ ਰਿਆਸਤਾਂ ਛੇਤੀ ਤੋਂ ਛੇਤੀ ਖੋਹ ਲਏਗਾ, ਅਤੇ ਕਿਉਂ ਨਾ ਆਪਾਂ ਜਾ ਕੇ ਔਰੰਗਜ਼ੇਬ ਨੂੰ ਦੱਸੀਏ ਕਿ ਸਿੱਖਾਂ ਦੇ 10ਵੇਂ ਗੁਰੂ ਦੀ ਤਾਕਤ ਵੱਧਦੀ ਵੇਖ ਕੇ ਅਤੇ ਤਾਕਤ ਇੰਨੀ ਜ਼ਬਰਦਸਤ ਹੋ ਰਹੀ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਔਰੰਗਜ਼ੇਬ ਤੇਰੇ ਰਾਜ ਨੂੰ ਬਹੁਤ ਵੱਡਾ ਖਤਰਾ ਬਣ ਜਾਏਗਾ। ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ, ਅੰਤ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ, ਚੁਗਲ ਖੋਰ ਨਾ ਚੁਗਲਿਓਂ ਬਾਜ ਆਂਦਾ, ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ। ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਜਾ ਕੇ ਔਰੰਗਜ਼ੇਬ ਕੋਲ, ਰਾਜੇ ਅਜਮੇਰ ਚੰਦ ਨੇ ਅਤੇ ਹੋਰ ਪਹਾੜੀ ਰਾਜਿਆਂ ਨੇ ਜਾ ਕੇ ਖੁਨਸ ਖਾਧੀ, ਔਰੰਗਜ਼ੇਬ ਕੋਲ ਚੁਗਲੀ ਕੀਤੀ ਕਿ ਸਿੱਖਾਂ ਦਾ 10ਵਾਂ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ
ਜਿਹੜੀ ਕਿ ਪਹਿਲਾਂ ਸ਼ਾਂਤਮਈ ਸੀ। 6ਵੇਂ ਪਾਤਸ਼ਾਹ ਤੋਂ ਬਾਅਦ ਉਹਨਾਂ ਨੇ ਘੋੜੇ ਰੱਖਣੇ, ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ 10ਵੇਂ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ ਇੱਕ ਪੰਥ ਖਾਲਸਾ ਸਾਜਿਆ ਹੈ, ਜਿਹੜੇ ਕਿ ਦੱਬੇ ਤੇ ਕੁਚਲੇ ਹੋਏ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਖਾਲਸਾ ਸਜਾ ਕੇ ਉਹਨਾਂ ਦੇ ਨਾਂ ਅੱਗੇ ਸਿੰਘ ਲਾ ਕੇ ਤੇ ਉਹਨਾਂ ਨੂੰ ਵੱਡੇ ਵੱਡੇ ਜਰਨੈਲਾਂ ਨਾਲ ਟਕਰਾਉਣ ਦੀ ਹਿੰਮਤ ਬਖਸ਼ ਦਿੱਤੀ ਹੈ। ਅਤੇ ਅੱਜ ਤੇ ਉਹ ਸਾਡੇ ਰਾਜ ਨੂੰ ਖਤਰਾ ਹੈ ਤੇ ਕੱਲ ਨੂੰ ਤੁਹਾਡੇ ਰਾਜ ਨੂੰ ਵੀ, ਮੁਸਲਮਾਨ ਹਕੂਮਤ ਦੇ ਰਾਜ ਨੂੰ ਵੀ ਖਤਰਾ ਹੋ ਜਾਏਗਾ। ਇਸ ਕਰਕੇ ਔਰੰਗਜ਼ੇਬ ਨੇ ਸੈਦ ਖਾਨ ਜਰਨੈਲ ਵਰਗਿਆਂ, ਪੈਂਦੇ ਖਾਨ ਜਰਨੈਲ ਵਰਗਿਆਂ, ਅਨਵਰ ਖਾਨ ਜਰਨੈਲ ਵਰਗੇ ਯੋਧਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੰਦਾ ਗ੍ਰਿਫਤਾਰ ਕਰਨ ਵਾਸਤੇ ਅਨੰਦਪੁਰ ਸਾਹਿਬ ਵੱਲ ਭੇਜਿਆ। ਉਸ ਤੋਂ ਬਾਅਦ ਲਾਹੌਰ ਦਾ ਸੂਬੇਦਾਰ, ਸਰਹੰਦ ਦਾ ਸੂਬੇਦਾਰ, ਵਜ਼ੀਰ ਖਾਨ, ਇਹਨਾਂ ਨੂੰ ਵੀ ਘੇਰਾ ਪਾਉਣ ਵਾਸਤੇ ਅਨੰਦਪੁਰ ਸਾਹਿਬ ਗੁਰੂ ਨਾਲ ਲੜਨ ਵਾਸਤੇ ਭੇਜ ਦਿੱਤਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਵਾਹ ਨਹੀਂ ਕੀਤੀ, ਕਿਉਂਕਿ ਉਹਨੇ ਤੇ ਆਪਣੇ ਸਿੱਖਾਂ ਨੂੰ ਅਤੇ ਆਪਣੀ ਮੁਕੱਦਸ ਕਲਮ ਨਾਲ ਲਿਖਿਆ ਹੈ, ਦੇਹੋ ਸ਼ਿਵਾ ਵਰ ਮੋਹਿ ਇਹ शुभ कर्मन ते कबहू ना टरूं, ना डरूं अरसों जब जाए लरूं, निश्चय कर अपनी जीत करूं, जब आप की औद निधान बने अत ही रण में तब जूझ मरूं। इस करके उस महान गुरु ने कोई परवाह ना की। जिस तरह घेरा सारिया जरनैलों ने पाया होया सी, उन्होंने भी आपस विच अते पहाड़ी राजियां ने भी आपस विच सलाह कर ली कि घेरा पीढ़ा किया जाए कि गुरु गोबिंद सिंह महाराज जी दियां फौजां बाहर ना निकल सकन, दाना पट्ठा कोई बाहरों इन्हां तक आवे ना। अते जदों इन्हां कोलों लंगर पानी की रस्त मुक जाएगी अते घोड़ियां लई, हाथियां लई दाना पट्ठा खत्म हो जाएगा अते आपे ही साडी शरण विच आ जाणगे। इदां ही यह घेरा 8 महीने चलता रहा, पर गुरु गोबिंद सिंह महाराज जी ने परवाह ना की। अनेका ही जरनैल हार का मूँह वेख के, हार खा के वापस मुड़े। उधरों पोह दियां सर्दियां शुरू हो गई, पोह दियां रातां, उधरों मीह पैना शुरू हो गया। इधर भुख के दुखों तंग हो के भाई मान सिंह जी ने ਅਤੇ ਉਹਨਾਂ ਦੇ ਜਥੇ ਨੇ ਸਤਿਗੁਰੂ ਜੀ ਨੂੰ ਆਖਿਆ ਕਿ ਸਤਿਗੁਰੂ ਜੀ ਕਿਰਪਾ ਕਰੋ ਤੇ ਸਾਨੂੰ ਘਰ ਨੂੰ ਜਾਣ ਦੀ ਆਗਿਆ ਦੇ ਦਿਓ, ਕਿਉਂਕਿ ਇੱਥੇ ਹੁਣ ਤੁਹਾਡੇ ਸਾਹਮਣੇ ਦੇ ਹਾਲਾਤ ਨੇ ਕਿ ਕੋਈ ਖਾਣ ਨੂੰ ਕੁਝ ਮਿਲ ਨਹੀਂ ਰਿਹਾ। ਵੱਡੇ ਵੱਡੇ ਕੀਮਤੀ ਜਾਨਵਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਅਨੇਕਾਂ ਸਿੰਘ ਭੁੱਖ ਦੇ ਦੁੱਖੋਂ ਤੰਗ ਹੋ ਕੇ ਵਿਆਕੁਲ ਹੋ ਰਹੇ ਨੇ ਤੇ ਕਈ ਸ਼ਹੀਦੀਆਂ ਪਾ ਗਏ ਨੇ। ਤੇ ਸਤਿਗੁਰੂ ਜੀ ਨੇ ਉਹਨਾਂ ਸਿੰਘਾਂ ਨੂੰ ਆਖਿਆ ਕਿ ਸਿੰਘੋ ਮੈਨੂੰ ਇੱਕ ਚੀਜ਼ 2 ਅੱਖਰ ਕਾਗਜ਼ ਦੀ ਹਿੱਕ ਉੱਤੇ ਲਿਖ ਕੇ ਦੇ ਜਾਓ ਕਿ ਕਲਗੀਆਂ ਵਾਲਾ ਗੁਰੂ ਸਾਡਾ ਗੁਰੂ ਨਹੀਂ ਤੇ ਅਸੀਂ ਉਸ ਦੇ ਸਿੱਖ ਨਹੀਂ। ਤੇ ਭਾਈ ਮਹਾਂ ਸਿੰਘ ਨੇ ਕਾਗਜ਼ ਦੀ ਛਾਤੀ ਉੱਤੇ ਕਲਮ ਨਾਲ ਲਿਖਿਆ कि सतगुरु कलगियां वाला साडा गुरु नहीं ते असी उस दे सिख नहीं। वदाता सिंह तीर दियां लैना विचारन योग ने। वो कहंदा चिट्ठी लिखी सिदक तो डोलिया ने, साथों भुखियां तो खंडे वगदे नहीं, कलगियां वाला नहीं अज तो गुरु साडा, बाजां वाले दे असी कुछ लगदे नहीं। ते ये जथा ये लिख के चिट्ठी उत्थों रवाना हो गया। उस तो बाद फिर सिंघां ने कहा सतगुरु जी कि सानू किला छड्डण विच कोई हरज नहीं, आपां किला छड्ड जाइए, इत्थे भुख नालों मरन, भुखे मरन नालों मैदाने जंग विच जूझ के शहीदियां पाउण दा वक्त आ गया ते आपां उस वक्त की कदर करके आपां शहीदियां पा जाइए। उस तो बाद ये जिहड़े पहाड़ी राजे सन ये भी व्याकुल हो चुके सन, क्योंकि उपरों मीह पै रहा है
ਅਤੇ ਪੋਹ ਦੀਆਂ ਸਰਦੀਆਂ ਦੇ ਵਿੱਚ ਥੱਲੋਂ ਠੰਡ ਪੈ ਰਹੀ ਹੈ, ਹਵਾ ਚੱਲ ਰਹੀ ਹੈ, ਠੱਕਾ ਚੱਲ ਰਿਹਾ ਹੈ, ਇਹ ਵੀ ਬੜੇ ਦੁਖੀ ਹੋਏ ਨੇ। ਉਧਰੋਂ ਔਰੰਗਜ਼ੇਬ ਦੀਆਂ ਫੌਜਾਂ ਜਿਹੜੇ ਜਰਨੈਲ ਆਏ ਸਨ ਉਹ ਵੀ ਬੜੇ ਦੁਖੀ ਸਨ। ਉਹਨਾਂ ਨੇ ਵੀ ਹਿੰਦੂ ਰਾਜਿਆਂ ਨਾਲ ਇੱਕ ਮੀਟਿੰਗ ਕੀਤੀ ਅਤੇ ਕਿਹਾ ਕਿ ਆਪਾਂ ਸਤਿਗੁਰੂ ਜੀ ਨੂੰ ਇੱਕ ਪੱਤਰਕਾ, ਇੱਕ ਚਿੱਠੀ ਲਿਖ ਕੇ ਦਿੰਦੇ ਹਾਂ ਅਤੇ ਨਾਲ ਹੀ ਕੁਰਾਨ ਸ਼ਰੀਫ ਥਾਲੀ ਵਿੱਚ ਰੱਖ ਕੇ ਉਸ ਤੇ ਕਸਮ ਖੁਦਾ ਦੀ ਖਾਂਦੇ ਹਾਂ, ਤੇ ਜਦੋਂ ਕਲਗੀ ਵਾਲੇ ਦੀਆਂ ਫੌਜਾਂ ਬਾਹਰ ਆਉਣਗੀਆਂ ਤੇ ਆਪਾਂ ਉਹਨਾਂ ਤੇ ਹੱਲਾ ਕਰ ਦਿਆਂਗੇ। ਆਪਸ ਵਿੱਚ ਵਿਚਾਰ ਕਰਕੇ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਇੱਕ ਥਾਲ ਵਿੱਚ ਰੱਖੀ ਅਤੇ ਗੀਤਾ ਗ੍ਰੰਥ ਨੂੰ ਉਸ ਥਾਲ ਵਿੱਚ ਰੱਖਿਆ। ਉਸ ਤੋਂ ਬਾਅਦ ਮੁਗਲਿਆ ਜਰਨੈਲਾਂ ਨੇ ਕੁਰਾਨ ਸ਼ਰੀਫ ਇੱਕ ਥਾਲ ਵਿੱਚ ਰੱਖੀ ਅਤੇ ਪੱਤਰਕਾ ਲਿਖ ਕੇ ਕਿ ਸਤਿਗੁਰੂ ਜੀ ਇੱਕ ਵਾਰ ਤੁਸੀਂ ਕਿਲਾ ਛੱਡ ਜਾਓ, ਸਾਡੀ ਵੀ ਇੱਜ਼ਤ ਬਣੀ ਰਹਿ ਜਾਏਗੀ, ਤੇ ਫਿਰ ਜਦੋਂ ਤੁਸੀਂ ਮਰਜ਼ੀ ਵਾਪਸ ਆ ਕੇ ਫਿਰ ਇੱਥੇ ਵਸੇਰਾ ਕਰ ਲਿਓ, ਤੁਹਾਨੂੰ ਕੋਈ ਨਹੀਂ ਰੋਕੇਗਾ। ਪਰ ਇਸ ਟਾਈਮ ਸਾਨੂੰ ਔਰੰਗਜ਼ੇਬ ਦੇ ਬੜੀਆਂ ਧਮਕੀਆਂ ਅਤੇ ਨੌਕਰੀਆਂ ਤੋਂ ਬਾਹਰ ਕੱਢਣ ਦਾ ਸਾਨੂੰ ਹੁਕਮ ਹੋ ਗਿਆ ਹੈ, ਇਸ ਕਰਕੇ ਕਿਰਪਾ ਕਰੋ ਮਹਾਰਾਜ, ਤੇ ਸਾਡੇ ਗਰੀਬਾਂ ਤੇ ਇਹੋ ਜਿਹਾ ਕੋਈ ਕੰਮ ਨਾ ਹੋਵੇ ਕਿ ਅਸੀਂ ਨੌਕਰੀ ਛੱਡ ਕੇ ਭੁੱਖੇ ਮਰ ਜਾਈਏ ਤੇ ਔਰੰਗਜ਼ੇਬ ਦੇ ਕੋਲੋਂ ਸਾਨੂੰ ਲਾਹਨਤਾਂ ਵੀ ਪੈਣ। ਇਸ ਕਰਕੇ ਇਹ ਕਸਮਾਂ ਖਾ ਕੇ ਉਹਨਾਂ ਨੇ ਪੱਤਰਕਾ ਲਿਖੀ ਅਤੇ ਇਹ ਇੱਕ ਮੌਲਵੀ ਸਾਹਿਬ, ਦੂਸਰਾ ਪ੍ਰੋਹਿਤ ਪੰਮੇ ਪੰਡਤ ਨੂੰ ਭੇਜਿਆ। ਉਹਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਤੇ ਇਹ ਦੋਨੋਂ ਮੌਲਵੀ ਸਾਹਿਬ ਅਤੇ ਉਧਰੋਂ ਪੰਡਤ ਜੀ ਨੇ ਆਖਿਆ ਕਿ ਹਿੰਦੂ ਰਾਜੇ ਆਪ ਜੀ ਤੋਂ ਖਿਮਾ ਜਾਚਨਾ ਕਰਦੇ ਹਨ ਤੇ ਆਪ ਕਿਰਪਾ ਕਰਕੇ ਅਨੰਦਪੁਰ ਸਾਹਿਬ ਨੂੰ ਛੱਡ ਜਾਓ, ਤੁਹਾਨੂੰ ਕੋਈ ਕੁਛ ਨਹੀਂ ਆਖੇਗਾ। ਉਧਰੋਂ ਮੌਲਵੀ ਸਾਹਿਬ ਕਹਿਣ ਲੱਗੇ ਕਿ ਮੁਗਲਿਆ ਸਾਮਰਾਜ ਦੇ ਜਿਹੜੇ ਜਰਨੈਲ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਸਤਿਗੁਰੂ ਜੀ ਇੱਕ ਵਾਰ ਤੁਸੀਂ ਕਿਲਾ ਖਾਲੀ ਕਰ ਜਾਓ ਤੇ ਫਿਰ ਬੇਸ਼ੱਕ ਕੁਝ ਸਮੇਂ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗ ਜਾਇਓ, ਤੁਹਾਨੂੰ ਕੋਈ ਨਹੀਂ ਰੋਕੇਗਾ। ਇਹ ਦੋਨੋਂ ਹੀ ਥਾਲ ਮਹਾਰਾਜ ਜੀ ਨੂੰ ਭੇਟ ਕਰਕੇ ਤੇ ਗੱਲ ਕਹਿ ਕੇ ਆਪਣੀ ਵਾਪਸ ਹੋ ਗਏ। ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਸਿੰਘਾਂ ਨਾਲ ਸਲਾਹ ਕਰਕੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਿੰਘਾਂ ਨਾਲ ਸਲਾਹ ਕਰਕੇ ਤੇ ਅਸੀਂ ਕਿਲਾ ਫਿਰ ਛੱਡਾਂਗੇ ਗੁਰਮਤਾ ਕਰਨ ਤੋਂ ਬਾਅਦ। ਜਦੋਂ ਸਿੰਘਾਂ ਨਾਲ ਸਲਾਹ ਕੀਤੀ, ਸਿੰਘਾਂ ਨੇ ਵੀ ਕਿਹਾ ਕਿ ਸਤਿਗੁਰੂ ਜੀ ਅੱਜ ਤੇ ਉਹ ਕਸਮਾਂ ਖਾਂਦੇ ਹਨ ਤੇ ਸਾਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ, ਤੇ ਜਿੰਨਾ ਖਤਰੇ ਦਾ ਆਪਾਂ ਰੁੱਖ ਕਰ ਰਹੇ ਹਾਂ, ਆਪਾਂ ਰੋਜ਼ ਮਰਨ ਦੀ ਜ਼ਿੰਦਗੀ ਜੀ ਰਹੇ ਹਾਂ, ਇਹਦੇ ਨਾਲੋਂ ਸ਼ਹਾਦਤ ਦੇ ਜਾਮ ਪੀਣੇ ਚੰਗੇ ਹਨ, ਤੇ ਕਿਰਪਾ ਕਰਕੇ ਆਪਾਂ ਕਿਲਾ ਛੱਡ ਜਾਈਏ। ਸਤਿਗੁਰੂ ਜੀ ਨੇ ਕਿਹਾ ਕਿ ਇਹ ਮੁਸਲਮਾਨ ਰਾਜੇ, ਇਹ ਜਰਨੈਲ ਜਿੰਨੀਆਂ ਮਰਜ਼ੀ ਵੀ ਕਸਮਾਂ ਖਾ ਲੈਣ, ਇਹਨਾਂ ਦੀ ਕਸਮ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਰ ਜੇ ਤੁਸੀਂ ਕਹਿੰਦੇ ਹੋ ਤੇ ਆਪਾਂ ਹੁਣੇ ਹੀ ਇਸ ਚੀਜ਼ ਦੀ ਪਰਖ ਕਰ ਲੈਂਦੇ ਹਾਂ। ਮਹਾਰਾਜ ਜੀ ਨੇ ਜੋ ਵੀ ਉੱਥੇ ਟੁੱਟਾ ਫੁੱਟਾ ਸਮਾਨ ਪਿਆ ਸੀ ਅਤੇ ਜੋ ਵੀ ਕੂੜਾ ਕਰਕਟ ਸੀ ਉਹਦੇ ਗੱਡੇ ਭਰ ਕੇ ਉੱਪਰ ਦਸ਼ਾਲੇ ਦੇ ਕੇ ਤੇ ਗੱਡਿਆਂ ਨੂੰ ਬਾਹਰ ਕੱਢਿਆ। ਕੁਛ ਮੀਲ ਤੱਕ ਵੀ ਨਹੀਂ ਪਹੁੰਚਣ ਦਿੱਤੇ ਕਿ ਇਹਨਾਂ ਨੇ ਉਹ ਗੱਡੇ ਲੁੱਟ ਲਏ, ਤੇ ਜਿਹੜੇ ਸਿੰਘ ਉਹ ਗੱਡਿਆਂ ਨੂੰ ਹੱਕ ਰਹੇ ਸਨ ਉਹ ਕਈ ਬਚ ਕੇ ਦੁਬਾਰਾ ਫਿਰ ਕਿਲੇ ਦੇ ਅੰਦਰ ਆ ਗਏ। ਉਸ ਤੋਂ ਬਾਅਦ ਮਹਾਰਾਜ ਨੇ ਕਿਹਾ ਕਿ ਵੇਖੋ ਇਹਨਾਂ ਦੀ ਨੀਅਤ ਕਿੰਨੀ ਖੋਟੀ ਹੈ, ਤੇ ਇਹਨਾਂ ਦੇ ਇਹ ਤੇ ਜਿੰਨੀਆਂ ਬਾਂਹ ਨੂੰ ਤੇਲ ਲਾ ਕੇ ਉੱਤੇ ਤਿਲ ਲੱਗ ਜਾਣ ਤੇ ਮੁਸਲਮਾਨ ਇੰਨੀਆਂ ਕਸਮਾਂ ਖਾਵੇ ਤੇ ਤਾਂ ਵੀ ਇਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਤੇ ਇਹ ਹਿੰਦੂ ਰਾਜੇ ਜਿਹੜੇ ਨੇ ਇਹ ਤੇ ਸਦਾ ਹੀ ਆਪਣੇ ਵਿਰੋਧੀ ਰਹੇ ਨੇ, ਕਿਉਂਕਿ ਇਹਨਾਂ ਨੂੰ ਤੇ ਆਪਣੀਆਂ ਰਿਆਸਤਾਂ ਦੀ ਪਈ ਹੋਈ ਹੈ। ਇਸ ਕਰਕੇ ਸਿੰਘੋ ਕੋਈ ਗੱਲ ਨਹੀਂ, ਕੁਝ ਸਮਾਂ ਟਿਕੋ,
ਆਪਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਆਂਗੇ। ਪਰ ਕੁਝ ਦਿਨਾਂ ਤੋਂ ਬਾਅਦ ਮਹਾਰਾਜ ਜੀ ਨੂੰ ਫਿਰ ਸਿੰਘਾਂ ਨੇ ਬੇਨਤੀ ਕੀਤੀ, ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ। ਤੇ ਦੁਬਾਰਾ ਫਿਰ ਪ੍ਰੋਹਤ ਤੇ ਮੌਲਵੀ ਸਾਹਿਬ ਆਏ, ਫਿਰ ਉਹਨਾਂ ਨੇ ਔਰੰਗਜ਼ੇਬ ਦੇ 10 ਖੱਤਾਂ ਵਾਲੀ ਚਿੱਠੀ ਦਿੱਤੀ। ਆਖਿਆ ਕਿ ਮਹਾਰਾਜ ਔਰੰਗਜ਼ੇਬ ਵੱਲੋਂ ਵੀ ਹੁਕਮ ਹੋ ਗਿਆ ਹੈ ਕਿ ਕਿਸੇ ਤਰ੍ਹਾਂ ਵੀ ਇਸ ਕਿਲੇ ਨੂੰ ਸਰ ਕਰਨਾ ਚਾਹੀਦਾ, ਜਿਵੇਂ ਮਰਜ਼ੀ ਹੋਵੇ। ਤੇ ਅਸੀਂ ਤੁਹਾਡੇ ਨਾਲ ਵਾਅਦੇ ਕਰਦੇ ਹਾਂ, ਕਸਮ ਖੁਦਾ ਦੀ ਖਾਂਦੇ ਹਾਂ ਸਣੇ ਔਰੰਗਜ਼ੇਬ, ਕਿ ਔਰੰਗਜ਼ੇਬ ਵੀ ਕਹਿੰਦਾ ਹੈ ਕਿ ਸਾਡੀ ਵੀ ਇੱਜ਼ਤ ਬਣੀ ਰਵੇ ਤੇ ਤੁਸੀਂ ਵੀ ਸੁਰੱਖਿਅਤ ਇੱਥੋਂ ਚਲੇ ਜਾਓ। ਫਿਰ ਭਾਵੇਂ ਕੁਝ ਸਮੇਂ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗ ਜਾਣਾ, ਫਿਰ ਵਸ ਜਾਣਾ, ਫਿਰ ਤੁਹਾਨੂੰ ਕੋਈ ਰੋਕੇਗਾ ਨਹੀਂ। ਸਤਿਗੁਰੂ ਜੀ ਨੇ ਕਿਹਾ ਠੀਕ ਹੈ, ਤੁਸੀਂ ਸਿੰਘੋ ਕਹਿੰਦੇ ਹੋ ਤੇ ਆਪਾਂ ਕਿਲਾ ਛੱਡ ਦਿੰਦੇ ਹਾਂ। ਅਤੇ 4 ਪੋਹ ਨੂੰ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ, ਜਿੰਨਾ ਵੀ ਉਹਨਾਂ ਕੋਲ ਥੋੜ੍ਹਾ ਬਹੁਤ ਸਮਾਨ ਬਚਿਆ ਹੋਇਆ ਸੀ, ਕੁਝ ਘੋੜੇ ਬਚੇ ਹੋਏ ਸਨ, ਅਤੇ ਨਾਲ ਹੀ ਮਾਤਾ ਨੂੰ ਵੀ ਕਹਿ ਦਿੱਤਾ, ਮਹਿਲਾ ਨੂੰ ਵੀ ਕਹਿ ਦਿੱਤਾ ਕਿ ਆਪਾਂ ਕਿਲਾ ਛੱਡਣਾ ਹੈ, ਸਣੇ ਪਰਿਵਾਰ ਇੱਥੋਂ ਚਲੇ ਜਾਣਾ ਹੈ। ਤੇ ਸਤਿਗੁਰੂ ਜੀ 6 ਪੋਹ ਨੂੰ ਸਾਰੀਆਂ ਗਲੀਆਂ ਵਿੱਚੋਂ ਘੁੰਮਦੇ ਹੋਏ ਆਨੰਦਪੁਰੀ ਨੂੰ ਕਹਿਣ ਲੱਗੇ, ਆਨੰਦਪੁਰੀਏ ਤੇਰੇ ਵਿੱਚ ਰਹਿ ਕੇ ਬੜੀਆਂ ਮੌਜਾਂ ਕੀਤੀਆਂ ਸਨ, ਤੇਰੇ ਵਿੱਚ ਰਹਿ ਕੇ ਪੰਥ ਖਾਲਸਾ ਸਾਜਿਆ ਹੈ, ਤੇਰੇ ਵਿੱਚ ਰਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਤੇ ਅੱਜ ਤੈਨੂੰ ਅਲਵਿਦਾ ਕਹਿ ਰਹੇ ਹਾਂ। ਮੁੜ ਕੇ ਅਸੀਂ ਜ਼ਿੰਦਗੀ ਭਰ ਕਦੀ ਤੇਰੇ ਵਿੱਚ ਵਾਪਸ ਨਹੀਂ ਆਵਾਂਗੇ। ਅਤੇ ਮਹਾਰਾਜ ਜੀ ਨੇ ਰਾਤ ਨੂੰ ਪਹਿਰ ਰਾਤ ਤੋਂ ਬਾਅਦ ਕਿਲਾ ਛੱਡਣਾ ਸ਼ੁਰੂ ਕੀਤਾ। ਕੁਝ ਸਿੰਘ ਘੋੜਿਆਂ ਤੇ ਚੜ੍ਹ ਗਏ, ਕੁਝ ਸਿੰਘ ਗੱਡਿਆਂ ਤੇ ਬੈਠ ਗਏ, ਅਤੇ ਮਾਤਾਵਾਂ ਕੁਛ ਡੋਲਿਆਂ ਵਿੱਚ ਬਹਿ ਗਈਆਂ। ਅਤੇ ਇੱਦਾਂ ਹੀ ਇਹ ਪਰਿਵਾਰ ਜਦੋਂ ਕਿਲੇ ਤੋਂ ਬਾਹਰ ਹੋਇਆ, 3 ਮੀਲ ਹੀ ਅਜੇ ਗਏ ਸਨ, 3 ਮੀਲ ਦੀ ਵਿੱਥ ਤੇ ਅਜੇ ਪਹੁੰਚੇ ਸਨ, ਤੇ ਮੁਗਲਿਆ ਸਾਮਰਾਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਭੁਲਾ ਕੇ ਸਤਿਗੁਰੂ ਜੀ ਤੇ ਫਿਰ ਹਮਲਾ ਕਰ ਦਿੱਤਾ। ਅਤੇ ਭਾਈ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ, ਇਹਨਾਂ ਸਿੰਘਾਂ ਨੇ ਜ਼ਾਲਮ ਨੂੰ ਰੋਕਿਆ ਅਤੇ ਸੁਰੱਖਿਅਤ ਮਹਿਲਾ ਨੂੰ, ਬੱਚਿਆਂ ਨੂੰ ਅਤੇ ਕੁਝ ਸਿੰਘਾਂ ਨੂੰ ਅੱਗੇ ਜਾਣ ਵਾਸਤੇ ਕਹਿ ਦਿੱਤਾ ਕਿ ਤੁਸੀਂ ਅੱਗੇ ਚਲੇ ਜਾਓ, ਅਸੀਂ ਜ਼ਾਲਮ ਦਾ ਹੱਲਾ ਰੋਕ ਰਹੇ ਹਾਂ। ਚਲਦਾ ਚਲਦਾ ਇਹ ਜਥਾ ਸਰਸਾ ਦੇ ਕੰਢੇ ਤੇ ਪਹੁੰਚਿਆ। ਉਤਨੀ ਦੇਰ ਨੂੰ ਅੰਮ੍ਰਿਤ ਵੇਲਾ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਇਆ ਸਿੰਘ ਨੂੰ ਮੁਖਾਤਬ ਕਰਕੇ ਕਹਿਣ ਲੱਗੇ, ਦਇਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ। ਕਹਿੰਦੇ ਹਜੂਰ ਹਾਂ ਅੰਮ੍ਰਿਤ ਵੇਲਾ ਹੋ ਗਿਆ। ਮਹਾਰਾਜ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਕਰੋ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਇਹ ਕੈਸਾ ਅਨੋਖਾ ਕੀਰਤਨ ਹੋਵੇਗਾ, ਕਿਉਂਕਿ ਪਿੱਛੇ ਜ਼ਾਲਮ ਆ ਰਿਹਾ ਹੈ, ਅੱਗੇ ਸਰਸਾ ਪੂਰੇ ਜੋਬਨ ਤੇ ਵਗ ਰਹੀ ਹੈ, ਅਤੇ ਉਧਰੋਂ ਜਾਬਰਾਂ ਨੇ ਹੱਲਾ ਕੀਤਾ ਹੋਇਆ ਹੈ। ਪਰ ਮੇਰੇ ਸ਼ਹਿਨਸ਼ਾਹ ਕਹਿਣ ਲੱਗੇ, ਅਸੀਂ ਮਰਜ਼ਾਦਾ ਭੰਗ ਨਹੀਂ ਕਰਾਂਗੇ, ਅਤੇ ਅੰਮ੍ਰਿਤ ਵੇਲੇ ਦੀ ਸੰਭਾਲ ਸਿੰਘ ਤਾਂ ਹੀ ਕਰਨਗੇ ਜੇ ਅਸੀਂ ਇਹਨਾਂ ਗੱਲਾਂ ਤੇ ਦਇਆ ਸਿੰਘ ਜੀ ਪੂਰਨੇ ਪਾਵਾਂਗੇ। ਇਸ ਕਰਕੇ ਜੋ ਕੁਝ ਮਰਜ਼ੀ ਹੋਵੇ, ਪਰ ਆਸਾ ਦੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ। ਉਸੇ ਟਾਈਮ ਸਾਜ਼ ਖੁੱਲ੍ਹ ਗਏ, ਕੀਰਤਨ ਸ਼ੁਰੂ ਹੋ ਗਿਆ। ਇੱਕ ਪਾਸੇ ਸਾਜ਼ ਖੜਕ ਰਹੇ ਸਨ, ਇੱਕ ਪਾਸੇ ਤਲਵਾਰ ਖੜਕ ਰਹੀ ਸੀ। ਅਨੋਖਾ ਕੀਰਤਨ ਸੀ। ਇਸ ਕਰਕੇ ਸਤਿਗੁਰੂ ਜੀ ਨੇ ਮਰਜ਼ਾਦਾ ਨੂੰ ਤਰਜੀਹ ਨਹੀਂ ਦਿੱਤੀ, ਮਰਜ਼ਾਦਾ ਨੂੰ ਭੁਲਾਇਆ ਨਹੀਂ, ਤੇ ਆਸਾ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੋਇਆ। ਆਸਾ ਦੇ ਵਾਰ ਦੀ ਕੀਰਤਨ ਦੀ ਸਮਾਪਤੀ ਉਪਰੰਤ ਫਿਰ ਸਿੰਘਾਂ ਨੂੰ ਅਰਦਾਸ ਕਰਕੇ ਹੀ ਆਖਿਆ ਕਿ ਘੋੜੇ ਠੇਲ ਦਿਓ, ਸਰਸਾ ਪਾਰ ਕਰਨੀ ਹੈ। ਬਾਕੀ ਦਾ ਜੋ ਰਹਿੰਦਾ ਇਤਿਹਾਸ ਹੈ ਉਹ ਕੱਲ੍ਹ ਦੀ ਵੀਡੀਓ ਵਿੱਚ ਪੇਸ਼ ਕਰਾਂਗੇ। ਜਿਹੜੇ ਵੀ ਸੱਜਣ ਨੂੰ, ਜਿਹੜੇ ਵੀ ਗੁਰਮੁਖ ਪਿਆਰੇ ਨੂੰ ਇਹ ਵੀਡੀਓ ਚੰਗੀ ਲੱਗੇ, ਉਹ ਚੈਨਲ ਨੂੰ ਸਬਸਕ੍ਰਾਈਬ ਕਰੇ, ਸ਼ੇਅਰ ਕਰੇ ਅਤੇ ਲਾਈਕ ਕਰਕੇ ਆਪਣਾ ਜੀਵਨ ਸਫਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।